ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਰਦਾਰ ਕੇਸੀ ਸਿੰਘ ਸਾਬਕਾ ਰਾਜਦੂਤ। ਜਦੋਂ 2022 ਦੀਆਂ ਚੋਣਾਂ ਕੰਪਲੀਟ ਹੋਈਆਂ ਨੇ, ਆਮ ਆਦਮੀ ਪਾਰਟੀ ਵੱਡੀ ਮੈਜੋਰਟੀ ਦੇ ਵਿੱਚ ਸਰਕਾਰ ਬਣਾ ਗਈ। ਉਸ ਤੋਂ ਬਾਅਦ ਖੇਤਰੀ ਪਾਰਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਗੱਲ ਉਭਾਰੀ ਜਾ ਰਹੀ ਹੈ ਕਿ ਪੰਜਾਬ ਨੂੰ ਸੰਕਟ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਖੇਤਰੀ ਪਾਰਟੀ, ਰੀਜਨਲ ਪਾਰਟੀ ਦੀ ਬੜੀ ਲੋੜ ਹੈ। ਇਸੇ ਮਸਲੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪ੍ਰੋਗਰਾਮ ਹੋਇਆ ਸੀ। ਸਾਡੇ ਨਾਲ ਸਰਦਾਰ ਕੇਸੀ ਸਿੰਘ ਨੇ। ਕੇਸੀ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਜੀ ਲੋਕਰਾਣਾ ਤੇ। ਬੜੀ ਖੁਸ਼ੀ ਤੁਹਾਡੇ ਨਾਲ ਗੱਲ ਕਰਕੇ। ਜੋ ਖੇਤਰੀ ਪਾਰਟੀਆਂ ਦਾ ਕੰਸੈਪਟ ਦੀ ਆਪਾਂ ਗੱਲ ਕਰਦੇ ਹਾਂ, ਜਾਂ ਜੋ ਫਿਰ ਹੁਣ ਤੁਸੀਂ ਗੱਲ ਲੈ ਕੇ ਚੱਲ ਰਹੇ ਹੋ ਖੇਤਰੀ ਪਾਰਟੀ ਦੀ, ਕੀ ਥਿਊਰੀ ਸਮਝੀ ਇਸ ਖੇਤਰੀ ਪਾਰਟੀ ਦੀ? ਦੇਖੋ, ਮੋਟੀ ਗੱਲ ਇਹ ਹੈ ਕਿ ਜਦ ਤੁਸੀਂ ਆਪਣੇ ਵਿਚਾਰ ਬਣਾਉਂਦੇ ਹੋ, ਪਾਲਿਸੀ ਬਣਾਉਂਦੇ ਹੋ ਪਾਰਟੀ ਦੀ, ਕਿੱਥੋਂ ਸ਼ੁਰੂ ਹੁੰਦੀ ਹੈ ਉਹ ਗੱਲ। ਹੁਣ ਕਿਸੇ ਵੀ ਗੱਲ ਤੇ ਜੇ ਆਮ ਆਦਮੀ ਪਾਰਟੀ ਇੱਥੋਂ ਵਾਲੀ, ਪੰਜਾਬ ਵਾਲੀ, ਪਹਿਲਾਂ ਦੇਖੇਗੀ ਕਿ ਦਿੱਲੀ ਵਾਲੇ ਕੀ ਸੋਚਣਗੇ। ਰਾਈਟਿੰਗ ਹੋ ਰਹੀ ਹੈ, ਬੈਂਗਲੌਰ 'ਚ ਹੋ ਰਿਹਾ ਹੈ, ਕਰਨਾਟਕ 'ਚ ਹੋ ਰਿਹਾ ਹੈ, ਮਸਜਿਦ ਦੇ ਬਾਹਰ ਇਕੱਠੇ ਹੋ ਕੇ ਰਾਮਨੌਮੀ ਉੱਥੇ ਮਨਾਈ ਜਾ ਰਹੀ ਹੈ। ਕੀ ਇਹ ਕੁਝ ਬੋਲਣਗੇ? ਦੇਖਣਗੇ, ਉਹਨੂੰ ਪੁੱਛ ਲਈਏ ਕੀ ਕਹੂਗਾ, ਕਿਉਂਕਿ ਉਹਨੇ ਇਲੈਕਸ਼ਨ ਹਿਮਾਚਲ 'ਚ ਲੜਨੀ ਹੈ, ਉਹਨੇ ਇਲੈਕਸ਼ਨ ਗੁਜਰਾਤ 'ਚ ਲੜਨੀ ਹੈ। ਗੁਜਰਾਤ 'ਚ ਬੀਜੇਪੀ ਦਾ ਜ਼ੋਰ ਹੈ। ਸੋ ਇਸ ਕਰਕੇ ਕੀ ਕੇਜਰੀਵਾਲ ਉਸ ਕੋਈ ਪੋਜੀਸ਼ਨ ਲੈਣੀ ਚਾਹੂਗਾ? ਨਹੀਂ, ਫਿਰ ਭਗਵੰਤ ਮਾਨ ਜੀ ਬੋਲਣਗੇ। ਜਦ ਕਿ ਜੇ ਖੇਤਰੀ ਪਾਰਟੀ ਹੋਵੇ, ਤੁਸੀਂ ਕਹੋਗੇ ਦੇਖੋ ਅਸੀਂ ਵੀ ਮਾਈਨੋਰਿਟੀ ਹੈ, ਅਸੀਂ ਪੰਜਾਬ 'ਚ ਹੈ। ਜੇ ਅਸੀਂ ਨੌਵੇਂ ਪਾਤਸ਼ਾਹ ਨੇ ਆਪਣੀ ਜਾਨ ਦਿੱਤੀ ਮੈਜੋਰਿਟੀ ਲਈ, ਭਾਵੇਂ ਉਹ ਮੈਜੋਰਿਟੀ ਸੀਗੇ ਕਸ਼ਮੀਰੀ ਪੰਡਤ, ਲੇਕਿਨ ਅਸੂਲ ਕੀ ਸੀਗਾ ਕਿ ਧਰਮ ਦੀ ਤੁਹਾਨੂੰ ਰਕਸ਼ਾ ਕਰਨੀ ਹੈ, ਕਿਸੇ ਦੇ ਵੀ ਧਰਮ ਦੀ, ਭਾਵੇਂ ਉਹ ਮਾਈਨੋਰਿਟੀ ਹੋਵੇ ਜਾਂ ਮੈਜੋਰਿਟੀ ਹੋਵੇ। ਸੋ ਅੱਜ ਵੀ ਜੇ ਅਸੀਂ ਆਪਣੀ ਆਵਾਜ਼ ਉਠਾਉਂਦੇ ਹਾਂ, ਉਹ ਸਾਡੀ ਪੁਰਾਣੀ ਹਿਸਟਰੀ ਹੈ, ਇਤਿਹਾਸ ਹੈ ਸਾਡਾ, ਸਾਨੂੰ ਧਰਮ ਸਿਖਾਉਂਦਾ ਹੈ। ਸੋ ਉਹ ਕਹਿਣ ਵੇਲੇ ਜੇ ਕੋਈ ਖੇਤਰੀ ਪਾਰਟੀ ਇਹ ਸੋਚ ਕੇ ਨਹੀਂ ਕਹੂਗੀ ਫੋਨ ਕਰਕੇ ਪਹਿਲਾਂ ਪੁੱਛੀਏ ਇਹਦਾ ਅਸਰ ਸਾਡੀ ਬਾਕੀ ਦੀ ਸੂਬਿਆਂ ਦੀ ਪੋਲਿਟਿਕਸ 'ਚ ਕੀ ਪਊਗਾ। ਖੇਤਰੀ ਪਾਰਟੀ ਇੱਥੋਂ ਦਾ ਸੋਚੇਗੀ। ਫਿਰ ਪਾਣੀ ਦਾ ਮੁੱਦਾ ਹੋਵੇ, ਕਿਸੇ ਚੀਜ਼ ਦਾ ਮੁੱਦਾ ਹੋਵੇ, ਤੁਸੀਂ ਇਹ ਦੇਖੋਗੇ ਹੁਣ ਅਸੀਂ ਗੱਲ ਕਿਵੇਂ ਕਰਨੀ ਹੈ ਦੂਜੇ ਸੂਬੇ ਨਾਲ। ਆਪਣਾ ਜਿਹੜਾ ਇਹ ਨਹੀਂ ਸੋਚਣਾ ਦਿੱਲੀ ਨੂੰ ਪਾਣੀ ਮਿਲੂਗਾ ਕਿ ਨਹੀਂ। ਇਹ ਪਾਣੀ ਜੇ ਅਸੀਂ ਹਰਿਆਣਾ ਨੂੰ ਇਸ 'ਚ ਪੰਜਾਬ ਦੀ ਗੱਲ ਮੰਨ ਲਈ, ਫਿਰ ਜਿਹੜੇ ਦੂਜੇ ਸੂਬੇ ਹੈ ਉਹ ਵੀ ਸ਼ਾਇਦ ਐਵੇਂ ਨਾ ਮੰਗਣਾ ਸ਼ੁਰੂ ਕਰਨ। ਸੋ ਦਿੱਲੀ ਬੈਠੀ ਜਿਹੜੀ ਪਾਰਟੀ ਹੁੰਦੀ ਹੈ ਉਹਦੀ ਸੋਚ ਵੱਖਰੀ ਹੁੰਦੀ ਹੈ। ਜੇ ਤੁਸੀਂ ਇੱਕ ਸੂਬੇ 'ਚ ਬੈਠੇ ਹੋ, ਤੁਹਾਡੀ ਸੋਚ ਉਸ ਦੇ ਮੁਤਾਬਕ ਹੈ। ਔਰ ਜ਼ਿਆਦਾਤਰ ਜਿਹੜੀ ਡਿਵੈਲਪਮੈਂਟ ਤੁਸੀਂ ਕਰਨੀ ਹੈ ਸੂਬੇ ਦੇ ਵਿੱਚ, ਉਹ ਤੁਹਾਡੇ ਆਪਣੇ ਹੱਥ ਹੁੰਦੀ ਹੈ, ਇੱਕ ਚੀਫ ਮਿਨਿਸਟਰ ਦੇ ਹੱਥ, ਇੱਕ ਪਾਰਟੀ ਦੇ ਹੱਥ। ਜਿਹੜੀ ਤੁਹਾਨੂੰ ਸਹਾਇਤਾ ਚਾਹੀਦੀ ਹੈ ਬਾਹਰੋਂ ਲੈ ਲਓ। ਤੋ ਇਸ ਕਰਕੇ ਉਹ ਜਿਹੜੀਆਂ ਪਾਲਿਸੀਜ਼ ਬਣਾਉਣਗੇ ਹੋਰ ਤਰੀਕੇ ਨਾਲ ਬਣਦੀਆਂ। ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਇਹ ਗੱਲ ਕਹਿੰਦਾ ਕਿ ਅਸੀਂ ਖੇਤਰੀ ਪਾਰਟੀਆਂ, ਅਸੀਂ ਪੰਜਾਬ ਦੇ ਖੇਤੀ ਦੀ ਗੱਲ ਕਰਦੇ ਹਾਂ। ਪੰਥਕ ਵੋਟ ਬੈਂਕ ਹੈ ਸਾਡਾ, ਕਿਸਾਨੀ ਵੋਟ ਬੈਂਕ ਹੈ, ਭਾਵੇਂ ਖੁਰਗੇ 3 ਸੀਟਾਂ ਤੱਕ ਸੀਮਿਤ ਹੋ ਗਏ। ਫਿਰ ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਆਪ ਨੂੰ ਇੱਥੋਂ ਤੱਕ ਕਹਿੰਦੇ ਸੀ ਖੇਤਰੀ ਪਾਰਟੀਆਂ ਹੈ ਵੀ ਸੀ, ਉਹ ਫਿਰ ਖਾਤਮੇ 'ਤੇ ਕਿਉਂ? ਪੰਜਾਬ ਦੇ ਲੋਕਾਂ ਨੇ ਖੇਤਰੀ ਪਾਰਟੀ ਫਿਰ ਸਵੀਕਾਰੀ ਕਿਉਂ ਨਹੀਂ? ਦੇਖੋ, ਖੇਤਰੀ ਪਾਰਟੀ ਉਦੋਂ 3 ਟੰਗਾਂ ਤੇ ਖੜੀ ਹੁੰਦੀ ਸੀ। ਤਲਵੰਡੀ ਸਾਹਿਬ ਪਾਰਟੀ ਨੂੰ ਸਮਝਦੇ ਸੀਗੇ, ਟੌੜਾ ਸਾਹਿਬ SGPC ਨੂੰ ਸਾਂਭਦੇ ਸੀ, ਔਰ ਰਾਜਨੀਤੀ ਹੁੰਦੀ ਸੀ ਬਾਦਲ ਸਾਹਿਬ ਕੋਲ। ਉਹ ਹੌਲੀ ਹੌਲੀ ਉਹ ਦੂਜੀਆਂ ਟੰਗਾਂ ਖਤਮ ਹੋ ਗਈਆਂ, ਸਾਰਾ ਕੁਛ ਇੱਕ ਟੱਬਰ ਕੋਲ ਆ ਗਿਆ। ਉਹ ਟੱਬਰ ਬਿਜ਼ਨਸ 'ਚ ਵੀ ਹੈ। ਹੁਣ ਇਸ ਕਰਕੇ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਟਕਰਾਉਂਦੇ ਨੇ ਇੱਕ ਦੂਜੇ ਨਾਲ। ਅਸੀਂ ਆਪਣੀ ਬਿਜ਼ਨਸ ਕਿਵੇਂ ਚੱਲੂਗੀ, ਉਹਨਾਂ ਦੀਆਂ ਬਿਜ਼ਨਸਾਂ ਹਰਿਆਣੇ 'ਚ ਵੀ ਨੇ। ਫਿਰ ਇਹਨਾਂ ਦੀ ਸ਼ਰਕੀਅਤ ਰਹੀ ਸੈਂਟਰ ਦੀ ਸਰਕਾਰ 'ਚ। ਜੇ ਤੁਸੀਂ ਉੱਥੇ ਬੈਠਦੇ ਹੋ ਉਦੋਂ ਪੰਜਾਬ ਦੀ ਗੱਲ ਕਰੋਗੇ ਜਾਂ ਸਿਰਫ ਇਹ ਕਿ ਚਲੋ ਸਾਨੂੰ ਮਿਨਿਸਟਰੀ ਮਿਲੀ ਰਹੇ। ਹੁਣ ਦੇਖੋ, ਚੰਦਰ ਬਾਬੂ ਨਾਇਡੂ ਜਦ ਵਾਜਪਾਈ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਸੀ, ਉਹਨੇ ਕਿਹਾ ਮੈਂ ਬਾਹਰੋਂ ਸਪੋਰਟ ਕਰੂੰਗਾ ਤੁਹਾਡੀ ਸਰਕਾਰ ਨੂੰ, ਮੈਂ ਮੰਤਰੀ ਨਹੀਂ ਬਣਾਉਣੇ ਇਹਦੇ 'ਚ। ਅੱਛਾ, ਉਹ ਪੂਰੇ ਕੰਮ ਕਰਵਾਉਂਦਾ ਸੀ। ਉਹ ਕਹਿੰਦਾ ਨਹੀਂ, ਮੰਤਰੀ ਨਹੀਂ ਮੈਨੂੰ ਚਾਹੀਦੇ, ਮੈਂ ਤੁਹਾਨੂੰ ਆ ਕੇ ਪ੍ਰਧਾਨ ਮੰਤਰੀ ਨੂੰ ਦੱਸੂਗਾ ਮੈਨੂੰ ਆਹ ਚਾਹੀਦਾ। ਜੇ ਮੈਨੂੰ ਤੁਸੀਂ ਮੇਰੇ ਨਾਲ ਸਹਿਮਤ ਰਹੂਗੀ ਠੀਕ ਹੈ, ਨਹੀਂ ਸਹਿਮਤ ਰਹੂਗੀ ਮੈਂ ਵਿਡਰਾ ਕਰ ਲੂੰਗਾ ਆਪਣੀ ਸਪੋਰਟ। ਸੋ ਇੱਕ ਖੇਤਰੀ ਪਾਰਟੀ ਕੋਲ ਇਹ ਹੱਕ ਹੁੰਦਾ ਹੈ ਕਿ ਤੁਸੀਂ ਆਪਣੇ ਸੂਬੇ ਦਾ ਦਰਦ ਔਰ ਸੂਬੇ ਦੇ ਹਿੱਤ 'ਚ ਜਿਹੜੇ ਮੁੱਦੇ ਹੈ ਉਹ ਕਿਵੇਂ ਚੱਕ ਸਕਦੇ ਹੋ, ਕਿੱਥੇ ਲਾਲ ਲਕੀਰ ਖਿੱਚ ਸਕਦੇ ਹੋ। ਕਦ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਮੈਂ ਇੱਥੋਂ ਅੱਗੇ ਨਹੀਂ ਜਾਣਾ, ਮੈਂ ਇੱਥੇ ਤਾਂ ਹੀ ਰਹੂੰਗਾ। ਜੇ ਆਪਣੀ ਗੱਲ ਇੱਕ ਦੂਜੇ ਨਾਲ ਹੈ, ਠੀਕ ਹੈ। ਜਿਵੇਂ ਖੇਤੀ ਅੰਦੋਲਨ ਹੋਇਆ ਸੀ, 3 ਖੇਤੀ ਕਾਨੂੰਨ ਦੇ, ਭਾਵੇਂ ਪੂਰੇ ਦੇਸ਼ ਦੇ ਵਿੱਚ ਅੰਦੋਲਨ ਹੋਇਆ, ਪਰ ਲੀਡ ਪੰਜਾਬ ਕੋਲ ਸੀ। ਉਹ ਐਡਾ ਵੱਡਾ ਅੰਦੋਲਨ ਕਿਸਾਨ ਜਥੇਬੰਦੀਆਂ ਦੇ ਦੁਆਲੇ ਹੀ ਕਿਉਂ ਘੁੰਮ ਗਿਆ? ਉਹਦੇ 'ਚੋਂ ਨਵੀਂ ਲੀਡਰਸ਼ਿਪ ਪੈਦਾ ਕਿਉਂ ਨਾ ਹੋ ਸਕੀ ਐਡੇ ਵੱਡੇ ਅੰਦੋਲਨ 'ਚੋਂ? ਪਹਿਲਾਂ ਤਾਂ ਸਹਿਮਤੀ ਨਹੀਂ ਸੀ ਇਹਨਾਂ ਦੀ, ਕਿਉਂਕਿ ਜਦ ਇਹ ਉੱਥੋਂ SKM 'ਚੋਂ ਆਏ ਨੇ, ਅੱਧੇ ਤੋਂ ਜ਼ਿਆਦਾ ਜਥੇਬੰਦੀਆਂ, ਸਾਰਿਆਂ ਤੋਂ ਵੱਡੀ ਜਥੇਬੰਦੀ ਉਗਰਾਹਾਂ ਸਾਹਿਬ, ਉਹਨਾਂ ਨੇ ਕਿਹਾ ਅਸੀਂ ਰਾਜਨੀਤੀ 'ਚ ਨਹੀਂ ਜਾਣਾ। ਚੜੂਨੀ ਸਾਹਿਬ ਸਾਰੇ ਤੋਂ ਪਹਿਲਾਂ ਕੂਦ ਗਏ।
ਉਦੋਂ ਤਾਂ ਰਾਜੇਵਾਲ ਸਾਹਿਬ ਵੀ ਕਹਿੰਦੇ ਰਹੇ ਕਿ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ। ਅੱਛਾ, ਫਿਰ ਆਪ ਅੰਦਰ ਆ ਗਏ ਰਾਜਨੀਤੀ 'ਚ। ਇਹ ਮੈਂ ਵੀ ਮਿਲਿਆ ਰਾਜੇਵਾਲ ਸਾਹਿਬ ਨੂੰ, ਅਕਤੂਬਰ 'ਚ ਮਿਲਿਆ, ਹਲੇ ਅੰਦੋਲਨ ਚੱਲ ਰਿਹਾ ਸੀ। ਉਹਨਾਂ ਨੂੰ ਦਰਖਾਸਤ ਕੀਤੀ ਕਿ ਦੇਖੋ ਤੁਹਾਨੂੰ ਹੋਰ ਬੰਦਿਆਂ ਨਾਲ ਰਲ ਕੇ ਚੱਲਣਾ ਪੈਣਾ ਹੈ, ਤੁਸੀਂ ਸਾਨੂੰ ਥਾਪੀ ਦਿਓ, ਅਸੀਂ ਬਣਾ ਲੈਂਦੇ, ਪਾਰਟੀ ਵੀ ਬਣਾ ਲਾਂਗੇ, ਉਹ ਵੀ ਤੁਹਾਡੀ ਕੁਰਸੀ ਖਾਲੀ ਰੱਖ ਲਾਂਗੇ। ਕੱਲੀ ਕਿਸਾਨੀ ਦੇ ਮੁੱਦੇ ਤੇ ਪੰਜਾਬ 'ਚ ਇਲੈਕਸ਼ਨ ਨਹੀਂ ਲੜ ਸਕਦੇ, ਆਪਾਂ ਨੂੰ ਹੋਰ ਬੰਦਿਆਂ ਨੂੰ ਨਾਲ ਲੈ ਕੇ ਤੁਰਨਾ ਪੈਣਾ ਹੈ। ਇਹ ਆਮ ਆਦਮੀ ਪਾਰਟੀ ਨਾਲ ਗੱਲਬਾਤ ਸ਼ੁਰੂ ਕਰ ਲਈ। ਹੁਣ ਇਹ ਕਹਿੰਦੇ ਨਹੀਂ ਇਹਨਾਂ ਨੇ ਤਾਂ ਝੂਠ ਕਹਿਤਾ, ਮੈਂ ਤਾਂ ਮਿਲਿਆ ਨਹੀਂ। ਉਹ ਇਹ ਨਹੀਂ ਕਹਿੰਦੇ ਮੇਰੀ ਗੱਲ ਨਹੀਂ ਹੋਈ। ਜੇ ਮਿਲੇ ਨਹੀਂ, ਜੇ 3 ਹਫ਼ਤੇ ਗੱਲ ਚੱਲਦੀ ਰਹੀ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਰਾਜੇਵਾਲ ਸਾਹਿਬ ਬਣ ਸਕੇ ਹੈ, ਤਾਂ ਇਹਨਾਂ ਨੂੰ ਯਕਦਮ ਕਹਿਣਾ ਚਾਹੀਦਾ ਸੀ ਪਬਲਿਕ 'ਚ ਕਿ ਇਹ ਬਿਲਕੁਲ ਗਲਤ ਹੈ, ਮੇਰੀ ਕੋਈ ਗੱਲਬਾਤ ਨਹੀਂ ਹੋਈ। 3 ਹਫ਼ਤੇ ਤੁਸੀਂ ਚੁੱਪ ਰਹੋ, ਇਹਦਾ ਮਤਲਬ ਕੋਈ ਗੱਲਬਾਤ ਹੋ ਰਹੀ ਸੀ। ਉਹਦਾ ਆਮ ਆਦਮੀ ਪਾਰਟੀ ਫਾਇਦਾ ਉਠਾ ਗਈ। ਪੰਜਾਬ ਦੇ ਜਿਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਹੁਣ ਚੁਣੀ, 92 ਸੀਟਾਂ ਦਾ ਉਹਨਾਂ ਨੂੰ ਮੈਂਡੇਟ ਦਿੱਤਾ। ਕਿਸਾਨ ਵੀ ਤਾਂ ਚੋਣਾਂ ਲੜ ਰਹੇ ਸੀ, ਹੋਰ ਕਿੰਨੇ ਹੀ ਜਥੇਬੰਦੀਆਂ ਸੀ, ਕਿੰਨੇ ਹੀ ਸਿਆਸੀ ਪਾਰਟੀਆਂ ਸੀ ਜੋ ਇੰਡੀਵਿਜੂਅਲ ਸੀ, ਖੇਤਰੀ ਪਾਰਟੀ ਦੀ ਗੱਲ ਕਰਦੀਆਂ ਸੀ, ਉਹ ਚੋਣਾਂ ਲੜ ਰਹੀਆਂ ਸੀ। ਆਖਰ ਕਿਉਂ ਲੋਕਾਂ ਨੇ ਉਹ ਨਕਾਰਤੇ? ਕੀ ਉਹ ਆਰਗੇਨਾਈਜ਼ ਕਰਕੇ ਨਹੀਂ ਆਪਣੇ ਜੋ ਨੀਤੀਆਂ ਸੀ ਲੋਕਾਂ 'ਚ ਲੈ ਕੇ ਜਾ ਸਕੇ? ਆਖਰ ਕਿਹੜੇ ਕਾਰਨ ਰਹੇ? ਮੈਂ ਇੱਕ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਾਰਨ। ਜਦ ਕਿਸੇ ਨਾਲ ਉਹ ਜੁੜਨ ਨੂੰ ਨਹੀਂ ਤਿਆਰ, ਉਹਨਾਂ ਨੂੰ ਇਹ ਲੱਗਿਆ ਜਿਹੜੇ ਲੋਕ ਸਿੰਘੂ ਆ ਰਹੇ ਆ ਸਾਰੇ ਸਾਨੂੰ ਵੋਟਾਂ ਪਾ ਦੇਣਗੇ, ਤਾਂ ਇਹ ਉਹਨਾਂ ਦੀ ਸੋਚ ਠੀਕ ਨਹੀਂ ਸੀ। ਫਿਰ ਉਹਨਾਂ ਨੇ ਟਿਕਟਾਂ ਇੱਕਦਮ ਵੰਡੀਆਂ। ਇਹ ਜੋ ਮੈਨੂੰ ਪਤਾ ਲੱਗਿਆ, ਆਮ ਆਦਮੀ ਪਾਰਟੀ ਤੋਂ ਤਾਂ ਇਹ 49 ਟਿਕਟਾਂ ਮੰਗ ਰਹੇ ਸੀ, ਫਿਰ ਤੁਸੀਂ 117 ਵੰਡ ਦਿਓ। ਤਾਂ ਉਹ ਕਿੱਥੋਂ ਆਣਗੇ ਬੰਦੇ ਜਿਨ੍ਹਾਂ ਦੇ ਨਾਲ ਪਬਲਿਕ ਜੁੜੀ ਹੋਵੇ, ਜਿਨ੍ਹਾਂ ਦੇ ਕੋਲ ਸਾਧਨ ਹੋਣ ਕਿ ਉਹ ਆਪਣਾ ਪ੍ਰਚਾਰ ਲੋਕਾਂ ਦੇ ਪਹੁੰਚਾ ਸਕਣ। ਫਿਰ ਇਹਨਾਂ ਕੋਲ ਟਾਈਮ ਨਹੀਂ ਬਚਿਆ। ਜਦ ਇਹਨਾਂ ਨੇ ਤੈਅ ਕੀਤਾ ਉਦੋਂ ਤਾਂ ਬਿਹਤਰ। ਫਿਰ ਜਿਹੜੀਆਂ ਜਥੇਬੰਦੀਆਂ ਇਹਨਾਂ ਨਾਲ ਨਹੀਂ ਜੁੜੀਆਂ ਸੀ, ਉਹ ਉਸੇ ਏਰੀਏ 'ਚ ਨੇ ਜਿੱਥੇ ਆਪ ਅੱਗੇ ਜਿੱਦੀ ਰਹੀ ਹੈ, ਸੰਗਰੂਰ, ਬਠਿੰਡਾ, ਜਿੱਥੋਂ ਚੀਫ ਮਿਨਿਸਟਰ ਆਉਂਦੇ ਹੈ। ਸੋ ਇਹਦਾ ਮਤਲਬ ਉਗਰਾਹਾਂ ਸਾਹਿਬ ਦੇ ਉਹਨੇ ਵੀ ਜਾ ਕੇ ਵੋਟਾਂ, ਉਗਰਾਹਾਂ ਸਾਹਿਬ ਨੇ ਤਾਂ ਨਹੀਂ ਕਿਹਾ, ਪਰ ਇਹ ਲੱਗਦਾ ਉਹਨਾਂ ਦੇ ਆਪਣੇ ਆਪ ਹੋ ਸਕਦਾ। ਉਹਨਾਂ ਨੂੰ ਪਤਾ ਸੀ ਉੱਧਰ ਜਾਣਾ ਹੈ ਜਾਂ ਕਿੱਧਰ। ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਸਾਨਾਂ ਨੂੰ ਪਾਓ, ਤਾਂ ਫਿਰ ਕਿਵੇਂ ਜਿੱਤ ਸਕਦੇ ਹੋ? ਜੋ ਇਹ ਸਾਰਿਆਂ ਤੋਂ ਵੱਡੀ ਜਥੇਬੰਦੀ ਤੁਹਾਡੇ ਨਾਲ ਨਹੀਂ ਹੈ, ਇਹ ਕਹਿਣ ਨੂੰ ਨਹੀਂ ਤਿਆਰ ਹਾਂ ਤੁਸੀਂ ਵੋਟਾਂ ਪਾਓ, ਫਿਰ ਤੁਸੀਂ ਕਿਵੇਂ ਜਿੱਤ ਸਕਦੇ ਹੋ? ਇਹਦਾ ਮਤਲਬ ਤੁਹਾਨੂੰ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿਵੇਂ ਲੜਨਾ ਹੈ, ਔਰ ਨਾ ਤੁਸੀਂ ਕਿਸੇ ਨਾਲ ਤੁਰਨ ਨੂੰ ਤਿਆਰ, ਨਾ ਕਿਸੇ ਦੀ ਸੁਣਨ ਨੂੰ ਤਿਆਰ। ਤਾਂ ਇਹ ਤਾਂ ਐਕਸੀਡੈਂਟ ਹੋਇਆ ਹੀ ਹੋਇਆ ਸੀਗਾ। ਜਿਵੇਂ ਤੁਸੀਂ ਆਖਰੀ ਸਵਾਲ ਮੇਰਾ ਪ੍ਰੋਗਰਾਮ 'ਚ ਇੱਥੇ ਗੱਲ ਕਰ ਰਹੇ ਸੀ ਕਿ ਜੇ BBMB ਦਾ ਮਾਮਲਾ ਹੋ ਗਿਆ ਜਾਂ ਫਿਰ ਫੈਡਰਲਿਜ਼ਮ ਤੇ ਹਮਲਾ ਹੋ ਗਿਆ, ਜਦੋਂ ਫਿਰ ਕੇਂਦਰ ਪੰਜਾਬ ਦੀ ਕਿਸੇ ਵੀ ਪਾਰਟੀ ਦੀ, ਕਿਸੇ ਵੀ ਲੋਕਾਂ ਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ, ਤਾਂ ਫਿਰ ਇਸ ਚੀਜ਼ ਦਾ ਮਸਲੇ ਦਾ ਹੱਲ ਕਿਵੇਂ? ਦੇਖੋ, ਤਿਆਰ ਕਰਨਾ ਪੈਂਦਾ ਨਾ ਤੁਹਾਨੂੰ। ਇਸ ਵੇਲੇ ਕੋਈ ਗੱਲ ਕਰ ਰਿਹਾ, ਜੇ ਕੇਜਰੀਵਾਲ ਨੇ ਹੋਰ ਸੂਬਿਆਂ 'ਚ ਲੜਨਾ ਜਾ ਕੇ, ਤੇ ਪੰਜਾਬ ਦਾ ਚੀਫ ਮਿਨਿਸਟਰ ਉੱਥੋਂ ਦੇ ਚੀਫ ਮਿਨਿਸਟਰ ਨਹੀਂ ਗੱਲ ਕਰ ਸਕਦਾ। ਹੁਣ ਮਮਤਾ ਬੈਨਰਜੀ ਜੋ ਮੇਰੇ ਸੁਣਨ 'ਚ ਆਇਆ, ਉਹ ਵੀ ਨਾਰਾਜ਼ ਹੋ ਗਏ ਨੇ ਕਿਉਂਕਿ ਕੇਜਰੀਵਾਲ ਨੇ ਕਹਿੰਦਾ ਮੈਂ ਉੱਥੇ ਮਿਊਨਿਸਪਲ ਇਲੈਕਸ਼ਨ 'ਚ ਆਪਣੇ ਬੰਦੇ, ਉਹ ਦੀਦੀ ਕਹਿੰਦਾ ਸੀ ਉਹਨਾਂ ਨੂੰ, ਹੁਣ ਉਹਨੂੰ ਪੰਜਾਬ ਦੇਖ ਕੇ ਹੋ ਗਿਆ ਮੈਂ ਸਾਰੇ ਸੂਬਿਆਂ 'ਚ ਜਿੱਤ ਸਕਦਾ। ਮਮਤਾ ਬੈਨਰਜੀ ਸਖਤ ਨਾਰਾਜ਼ ਹੈ। ਸੋ ਜੇ ਆਪਣਾ ਜਿਹੜਾ ਤੁਹਾਡਾ ਇਹ ਸਮਝੋ ਮੈਂ ਪ੍ਰਧਾਨ ਮੰਤਰੀ ਬਣਨਾ ਹੈ, ਫਿਰ ਪੰਜਾਬ ਦੇ ਚੀਫ ਮਿਨਿਸਟਰ ਦੂਜੇ ਚੀਫ ਮਿਨਿਸਟਰਾਂ ਨਾਲ ਕਿਵੇਂ ਗੱਲ ਕਰੂਗਾ? ਜੇ ਖੇਤਰੀ ਪਾਰਟੀ ਦਾ ਇੱਥੇ ਇੰਚਾਰਜ ਹੋਊਗਾ, ਉਹ ਸਟਾਲਿਨ ਨਾਲ, ਮਮਤਾ ਨਾਲ, ਇਸ ਵੇਲੇ ਜਿਹੜੇ ਦੂਜੇ ਗੈਰ BJP ਲੀਡਰ ਹੈ ਉਹਨਾਂ ਨੂੰ ਇਕੱਠੇ ਕਰ ਸਕਦਾ ਹੈ ਪੰਜਾਬ ਦਾ ਚੀਫ ਮਿਨਿਸਟਰ। ਲੇਕਿਨ ਇਸ ਚੀਫ ਮਿਨਿਸਟਰ ਨੂੰ ਕੋਈ ਥੋੜ੍ਹੀ ਉਹ ਕਰਨ ਦੇਗਾ, ਕਿਉਂਕਿ ਇਹਦਾ ਜਿਹੜਾ ਲੀਡਰ ਹੈ ਉਹ ਤਾਂ ਪੰਗੇ ਲੈ ਰਿਹਾ ਉਹਨਾਂ ਨਾਲ ਜਾ ਕੇ ਸਾਰਿਆਂ ਨਾਲ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਛੇ ਜੇ ਕੋਸ਼ਿਸ਼ ਕੀਤੀ ਗਈ ਸੀ ਕਿ ਅਸੀਂ ਖੇਤਰੀ ਪਾਰਟੀਆਂ ਨੂੰ ਦੇਸ਼ ਲੈਵਲ ਤੇ ਇਕੱਠੇ ਕਰੀਏ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਿਰਾ ਦੀ ਡਿਊਟੀ ਲਾਈ ਗਈ ਸੀ ਅਕਾਲੀ ਦਲ ਵੱਲੋਂ। ਦੇਖੋ, ਉਹ ਜਿਵੇਂ ਆਪਣੀ ਇੱਥੇ ਡਿਸਕਸ਼ਨ 'ਚ ਵੀ ਆਇਆ ਹੈ, ਅਕਾਲੀ ਦਲ ਉਹ ਮੋਰਲ ਅਥਾਰਟੀ ਗਵਾ ਚੁੱਕੇ ਨੇ ਜਿਹਦੇ ਨਾਲ ਉਹ ਹੋਰਾਂ ਨੂੰ ਇਕੱਠੇ। ਜੇ ਥੋੜ੍ਹੀਆਂ ਸੀਟਾਂ ਹੀ 3 ਆਈਆਂ ਤੁਹਾਡੇ ਕੋਲ, ਤੁਸੀਂ ਹੋਰਾਂ ਨੂੰ ਕੀ ਇਕੱਠੇ ਕਰੋਗੇ? ਸੋ ਪਹਿਲਾਂ ਜਿੱਤੋ ਤਾਂ ਸਹੀ ਨਾ, ਤਾਂ ਤੁਹਾਡੇ ਨਾਲ ਗੱਲ ਕਰੇਗਾ। ਤੁਸੀਂ ਉਹਨੂੰ ਹੋਰ ਪੁਰਾਣੀ ਆਪਣੀ ਦੇਖ ਕੇ, ਬਾਦਲ ਸਾਹਿਬ ਇੰਨੇ ਸਾਲ ਦੇ, ਬਾਦਲ ਸਾਹਿਬ ਨੂੰ ਵੀ ਹਰਵਾ ਲਿਆ, ਤੇ ਤੁਸੀਂ ਜਾ ਕੇ ਕੀ ਗੱਲ ਕਰੋਗੇ ਕਿਸੇ ਲੀਡਰ ਨਾਲ? ਉਹ ਕਹਿਣਗੇ ਪੰਜਾਬ ਦੇ ਲੋਕ ਤਾਂ ਹੈ ਨਹੀਂ ਤੁਹਾਡੇ ਨਾਲ। ਸਾਡੇ ਨਾਲ ਬਣੇ ਹੋਏ ਸੀ ਸਰਦਾਰ KC ਸਿੰਘ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।